अस्सलाम वालेकुम जी। इंतजार ਦੀਆਂ ਘੜੀਆਂ ਮੁੱਕ ਗਈਆਂ। ਅਸੀਂ ਜਨਾਬ ਅਲੀ ਸਾਊਥ ਅਫਰੀਕਾ ਦਾ ਜਿਹੜਾ ਸਭ ਤੋਂ ਵੱਡਾ 에ਅਰਪੋਰਟ ਹੈ ਓਵਰ ਤਾਂਬੋ ਉੱਥੇ ਪਹੁੰਚ ਆਏ ਆ ਤੇ ਆ ਬਾਲਾ ਦਾ ਕਸਮ ਚੈੱਕ ਕਰੋ। ਇਹ ਬਾਬੇ ਹੋਰਾਂ ਦਾ ਮੈਨੂੰ ਲੱਗਦਾ ਬੈਗ ਖੋ ਕੇ ਜਾਣਗੇ ਕਿ ਇੰਜ ਨਹੀਂ ਲੱਗੇ ਛੱਡਣ। ਤੇ ਜ਼ੈਲ ਭਾਈ ਤੁਹਾਨੂੰ ਕਿਹਨੇ ਦੱਸ ਛੜਿਆ ਕਰਮਾ ਵਾਲਿਓ, ਤੁਸੀਂ ਸਾਡੇ ਆਉਣ ਤੋਂ ਪਹਿਲੇ ਹੀ ਮੌਜੂਦ ਹੋ। ਮੈਨੂੰ ਅੰਮੀ ਨੇ ਆਪ ਫੋਨ ਕੀਤੇ ਅਸੀਂ ਉਹਨਾਂ ਕਿਹਾ ਕਿ ਅਸੀਂ ਆ ਰਹੇ ਹਾਂ ਤੇ ਆ ਜਾਣਾ। ਮੈਂ ਕਿਹਾ ਜ਼ਰੂਰ ਅੰਮੀ ਜੀ। ਚਲੋ ਜੀ ਅੱਲਾ ਖੈਰ ਕਰੇ। ਫਲਾਈਟ ਲੈਂਡ ਹੋ ਚੁੱਕੀ ਹੈ ਤੇ ਰਸ਼ ਕਾਫੀ ਹੈ, ਫਲਾਈਟਾਂ ਕਾਫੀ ਹੋਰ ਵੀ ਉਤਰੀਆਂ ਨੇ ਤੇ ਲਿਆਦਾ ਮੈਨੂੰ ਉਮੀਦ ਹੈ ਕਿ ਅੱਧਾ ਘੰਟਾ ਉਹਨਾਂ ਦਾ ਮਜ਼ੀਦ ਲੱਗੇਗਾ। ਤੇ ਔਰ ਜੇ ਅਗਰ ਟਾਈਮ ਨਾਲ ਟਾਈਮ ਬੰਦਾ ਕਲੀਅਰ ਹੋ ਵੀ ਜਾਏ ਨਾ ਤੇ ਬੈਗ ਲੱਭਦੇ ਨਾ ਕਮ ਸੇ ਕਮ ਅੱਧਾ ਪੌਣਾ ਘੰਟਾ ਲੱਗ ਜਾਂਦਾ। ਉਹ ਜੇ ਇੱਥੇ ਬੈਗਾਂ ਵਾਲਾ ਸਿਲਸਿਲਾ ਉਹ ਨਹੀਂ ਜਿਵੇਂ ਪਾਕਿਸਤਾਨ। ਹਾਂਜੀ पाकिस्तान से तो बहुत यकीन करो हेठली उतली हो जाती है। वहाँ है कहाँ है फ्लावर कहाँ दादो जाने के लिए अंदर नहीं जाना पुत्र, बाहर आए यहाँ पे जब आएंगे तब देना है कि अंदर ना टुर जाए। मैं ਤੁਹਾਨੂੰ ਲੱਭਦਾ ਫਿਰਾਂ ਮਰ ਕੇ ਆਂਦਾ ਤੁਹਾਨੂੰ ਪਾਕਿਸਤਾਨ ਨੂੰ ਆਉਣ ਦਾ ਨਾਂ ਹੀ ਨਹੀਂ ਸਨ ਲੈਂਦੇ। ਇਨਸ਼ਾਅੱਲਾ ਜਨਾਬੇ ਅਲੀ ਹੋਰ 10-15 ਮਿੰਟ ਤੱਕ ਟਾਈਮ ਇਜ਼ ਓਵਰ, ਵੇਟ ਇਜ਼ ਓਵਰ। ਇਨਸ਼ਾਅੱਲਾ ਅਮਾ ਜੀ ਨਾਲ ਤੁਹਾਡੀ ਮੁਲਾਕਾਤ ਕਰਾਣੇ ਥੋੜੀ ਦੇਰ इंशाल्लाह। अस्सलाम वालेकुम जी। लो जी इंतजार ਦੀਆਂ ਘੜੀਆਂ ਗਈਆਂ ਮੁੱਕ ਜਨਾਬੇ ਅਲੀ। ਅਸੀਂ ਹੁਣ ਚੱਲੇ ਆ, ਗੱਡੀ ਰੈਡੀ ਹੈ, ਐਵਰੀਥਿੰਗ ਇਜ਼ ਰੈਡੀ। ਅਮਾ ਜੀ ਨੂੰ ਲੈਣ ਜਾ ਰਹੇ ਆ 에ਅਰਪੋਰਟ ਦੇ ਉੱਤੇ। ਕੱਲ ਰਾਤ ਦੇ ਉੱਥੋਂ ਅਲਹਮਦੁਲਿਲਾ ਸਿਆਲਕੋਟ ਦੇ ਉੱਤੋਂ ਉਹ ਫਲਾਈ ਕਰ ਆਏ ਨੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਕਰੀਬਨ 13-14 ਘੰਟੇ ਦੀ ਤਾਂ ਫਲਾਈਟ ਬਣ ਜਾਂਦੀ ਹੈ। ਉਸ ਤੋਂ ਬਾਅਦ ਵਿੱਚ ਟ੍ਰਾਂਜ਼ਿਟ ਵੀ ਕਾਫੀ ਹੁੰਦਾ ਹੈ। ਤੇ ਜੀ ਮੇਰਾ ਪੁੱਤਰ हेलीकॉप्टर नहीं होता पुत्र, वो एरोप्लेन होता है। पोपो यू वांट टू गो विद बाबा? ओके आपने भी जाना है। लो जी ਅੱਜ ਅਸੀਂ ਯਾਸਰ ਨੂੰ ਜਿਹੜਾ ਨਾ ਨਹੀਂ ਲੈ ਕੇ ਜਾ ਰਹੇ, ਅਸੀਂ ਲੈ ਕੇ ਜਾ ਰਹੇ ਹਾਂ ਬੱਚਿਆਂ ਨੂੰ। ਤੇ ਯਾਸਰ ਦੇ ਨਾਲ ਲੜਾਈ ਚੱਲ ਰਹੀ ਹੈ ਕਾਫੀ ਜ਼ਿਆਦਾ ਕਿਉਂਕਿ ਉਹਨੇ ਆਖਿਆ ਜਾਂ ਮੈਂ ਜਾਣਾ ਤੇ ਜਾਂ ਇਹਨਾਂ ਨੇ ਜਾਣਾ। ਤੇ ਲਿਆਦਾ ਤੁਹਾਡੇ ਭਰਾ ਨੇ ਨਾ ਬਾਲਾਂ ਨੂੰ ਚੁਣ ਲਿਆ। ਮੈਂ ਉਹਨੂੰ ਆਖਿਆ ਤੂੰ ਪੁੱਤਰ ਇੱਥੇ ਹੀ ਰਹਿ। ਤੇ ਇਸ ਟਾਈਮ ਹੁਣ ਵਾਹ ਗੁੱਸੇ 'ਚ ਹੁਣ ਮੈਂ ਜਾਂਦਿਆਂ ਉਹਦੇ ਕੋਲ ਹੋ ਕੇ ਜਾਣਾ ਵਾ। ਤੇ ਫਿਰ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਨਾ ਮਾਮਲਾਤ ਹੋ ਸਕਦਾ ਅਜੇ ਵੀ ਉਹਦਾ ਕੋਈ ਪਤਾ ਨਹੀਂ, ਉਹ ਛਾਲ ਮਾਰ ਕੇ ਵਿੱਚ ਬਹਿ ਜੇ ਫਿਰ ਸਾਨੂੰ ਨਾਲ ਖੜਨਾ ਵੀ ਪੈਣਾ। ਕੋਈ ਐਸਾ ਮਸਲਾ ਨਹੀਂ। ਲੈਟਸ ਗੈਟ ਰੈਡੀ। ਲਓ ਜੀ ਮੈਂ ਆਪਣੀ ਮਾਂ ਵਾਸਤੇ ਸੋਹਣੇ ਜਿਹੇ ਲਾਲ ਸੂਏ ਰੰਗ ਦੇ ਫੁੱਲ ਲੈ ਲਏ ਨੇ। ਅੱਬਾ ਜੀ ਵਾਸਤੇ ਵਾਈਟ ਲਏ ਨੇ ਕਿਉਂਕਿ ਅੱਬਾ ਜੀ ਦੇ ਨਾਲ ਸਾਡਾ ਯਾਰਾਨਾ ਵੀ ਹੈ। ਅੰਮਾ ਜੀ ਦੇ ਨਾਲ ਜਿਹੜਾ ਨਾ ਜ਼ਰਾ ਕੋ ਪਿਆਰ ਸਾਰੇ ਆਂਦੇ ਨੇ ਤੁਹਾਡਾ ਵਿਕਾਸ ਭਾਈ ਅੰਮਾ ਜੀ ਦੇ ਨਾਲ ਚੋਖਾ ਪਿਆਰ ਕਿਉਂ ਹੈ। ਤੇ ਗੱਲ ਇਹ ਨੇ ਕਿ ਅੱਬਾ ਜੀ ਦਾ ਫੇਵਰਟ ਪੁੱਤਰ ਸਾਰਿਆਂ ਤੋਂ ਨਿੱਕਾ ਹੈ ਤੇ ਅੰਮਾ ਜੀ ਦਾ ਫੇਵਰਟ ਪੁੱਤਰ ਮੈਂ ਨਹੀਂ ਹਾਂ, ਲੇਕਿਨ ਮੇਰੇ ਫੇਵਰਟ ਅੰਮਾ ਜੀ ਨੇ। ਅੱਬਾ ਜੀ ਦੇ ਕੋਲੋਂ ਡਰੀਦਾ ਵੀ, ਰਿਸਪੈਕਟ ਵੀ ਉਹਨਾਂ ਦੀ ਕਿਉਂਕਿ ਸਾਰੀ ਉਮਰ ਉਹਨਾਂ ਨੇ ਨੌਕਰੀ ਕੀਤੀ ਹੈ ਤੇ ਉਹਨਾਂ ਦਾ ਹੋਰ ਤਰ੍ਹਾਂ ਦਾ ਜ਼ਰਾ ਕੋ ਕੈਲੀਬਰ ਹੀ ਹੋਰ ਤਰ੍ਹਾਂ ਦਾ। ਉਹਨਾਂ ਦਾ ਜ਼ਰਾ ਕੋ ਰੋਬ ਔਰ ਪਿਓਾਂ ਦਾ ਹਮੇਸ਼ਾ ਘਰ ਦੇ ਵਿੱਚ ਰੋਬ ਹੋਣੇ ਚੰਗਾ ਹੁੰਦਾ ਹੈ। ਤੇ ਅੰਮਾ ਜੀ ਦੇ ਨਾਲ ਜਨਾਬ ਅਲੀ ਮੇਰੀ ਸੋਹਣੀ ਮਾਂ, ਸਾਰੀ ਦੁਨੀਆ ਤੋਂ ਸੋਹਣੀ ਮਾਂ, ਬਲਕਿ ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਨੇ। ਜੱਗ ਦੇ ਉੱਤੇ ਕਦੀ ਕੋਈ ਮਾਂ ਵੀ ਕੁਝ ਹੀ ਵੇਖੀ ਜੇ ਮੈਨੂੰ ਦੱਸੋ। ਤੇ ਹੁਣ ਜਨਾਬ ਅਲੀ ਫੁੱਲ ਸ਼ੁੱਲ ਲੈ ਲੈਣੇ ਆਪਣੀ ਮਾਂ ਜੋ ਕਿ ਆਪਣੇ ਵਾਲਦੈਨ ਜੋ ਕਿ। ਤੇ ਮੈਂ ਜਾ ਰਿਹਾ ਹੁਣ 에ਅਰਪੋਰਟ ਤੇ ਤੇਲ ਛਲ ਫੁੱਲ ਕਰਾ ਲਿਆ, ਭਾਵਾਂ ਸ਼ਾਵਾਂ ਭਰਾ ਲਈਆਂ ਨੇ। ਅੱਧ ਰਾਜ ਪਹੁੰਚੇ ਆ। 5 ਘੰਟੇ ਦਾ ਰਾਹ ਹੈ ਜਨਾਬ ਅਲੀ ਘਰੋਂ 에ਅਰਪੋਰਟ ਦਾ, ਥੋੜਾ ਜਿਹਾ ਸਫ਼ਰ ਨਹੀਂ। ਤੇ ਅੱਜ ਦੀ ਰਾਤ ਸਾਡੀ ਇੱਥੇ ਲੰਘ ਜਾਣੀ ਕਿ ਕੱਲ ਨੂੰ ਲੈ ਕੇ ਵਾਪਸ ਆਵਾਂਗੇ।
ਹੈ ਚਲੋ ਚਲੋ ਚੀਮਾ ਸਾਹਿਬ ਚਲੀਏ ਆ ਜਾਓ ਕਿੱਥੇ ਚਲੀਏ ਆ ਜਾਓ ਤੁਹਾਡਾ ਭਰਾ ਮੇਰਾ ਤਿਆਰ ਬਹੁ ਤੂੰ ਨਹੀਂ ਜਾ ਰਿਹਾ 에어ਪੋਰਟ ਤੇ ਮੈਂ ਕੱਲਾ ਜਾ ਰਿਹਾ ਮੇਰੀ ਜਾਨ ਮੈਂ ਜਾ ਰਿਹਾ ਔਰ ਬੱਚੇ ਜਾ ਰਹੇ ਬੱਚੇ ਰੈਡੀ ਹੈ ਤੂੰ ਨਹੀਂ ਜਾ ਰਿਹਾ ਮੰਨ ਲੈ ਮੈਂ ਨਹੀਂ ਜਾ ਰਿਹਾ ਤੂੰ ਨਹੀਂ ਜਾ ਰਿਹਾ ਯਾਰ ਮੈਂ ਤੈਨੂੰ ਕਹਿ ਚੀਮਾ ਰਿਹਾ ਸਾਹਿਬ ਤੁਸੀਂ ਮੈਨੂੰ ਤਿਆਰ ਕੀਤਾ ਇੰਜ ਨਾ ਕਰੋ ਉਹ ਯਾਰ ਨਾ ਬੂਟ ਸ਼ੂਟ ਪਾ ਮੇਰੀ ਗੱਲ ਸੁਣ ਤੂੰ ਨਹੀਂ ਜਾ ਰਿਹਾ ਕਸਮੇ ਬੱਚੇ ਜਾ ਰਹੇ ਨਹੀਂ ਯਾਰ ਹੈ ਕੋਈ ਗੱਲ ਕਰਨ ਵਾਲੀ ਯਾਰ ਮੈਂ ਨਵਾਂ ਸੂਟ ਪਾਇਆ ਤੁਹਾਡੇ ਜਗ੍ਹਾ ਚੀਮਾ ਸਾਹਿਬ ਯਾਰ ਉਹ ਨਵਾਂ ਸੂਟ ਪਾਇਆ ਹੀ ਨਾ ਤੇ ਅੱਗੋਂ ਫੇਰ ਪਾ ਲਈ ਲਾ ਲੈ ਨਵਾਂ ਕਿਹੜਾ ਲੈਂਦਾ ਨਹੀਂ ਆ ਮੇਰਾ ਮੈਨੂੰ ਨਹੀਂ ਲਿਜਾਣਾ ਨਹੀਂ ਲੈ ਮੈਂਡਲੀ ਪੁੱਛਣਾ ਐਂਡ ਵਾਲੀ ਪੁੱਛਣਾ ਚੀਮਾ ਨਹੀਂ ਯਾਰਾ ਮੈਂ ਬਾਲਾਂ ਨੂੰ ਆਲਰੇਡੀ ਰੈਡੀ ਕਰ ਬੈਠਾ ਤੂੰ ਨਹੀਂ ਜਾ ਰਿਹਾ ਮਿਹਰਬਾਨੀ ਕਰ ਡਰਾਮੇ ਨਾ ਚਲੋ ਕਰ ਕੋਈ ਨਹੀਂ ਮਸਲਾ ਯਾਸਰਾ ਵੀ ਵੇਲਾ ਨਹੀਂ ਹੈਗਾ ਮਲਕਾ ਪੁੱਤਰ ਇਧਰ ਆ ਇਹ ਜਾ ਮੇਰਾ ਸਮਾਨ ਅੰਦਰ ਰੱਖ ਕੇ ਆ ਤੂੰ ਮੈਂ ਵੀ ਵੇਲਾ ਨਹੀਂ ਹੈਗਾ ਤੇ ਹੁਣ ਯਾਦ ਰੱਖੀ ਮੇਰਾ ਬਾਊ ਜ਼ਿੰਦਗੀ 'ਚ ਨਾ ਹੁਣ ਤੂੰ ਵੀ ਯਾਦ ਰੱਖੀ ਜੇ ਤੈਨੂੰ ਜਿਸ ਦਿਨ ਮੈਂ ਛੱਡਿਆ ਨਾ ਤੇ ਫਿਰ ਤੂੰ ਵੀ ਯਾਦ ਕਰੇਗਾ ਤੇ ਯਾਸਰਾ ਵੇਲਾ ਨਹੀਂ ਹੈਗਾ ਯਾਸਰ ਨੂੰ ਘਰ ਦੇ ਬੜੇ ਕੰਮ ਨੇ ਕਰਨ ਵਾਲੇ ਸਿਰਫ ਮੈਂ ਤੇ ਤੇਰੇ ਵਾਸਤੇ ਕੁਰਬਾਨੀ ਦੇ ਰਿਹਾ ਨਾ ਮੈਂ ਕਿ ਚਲੋ ਨਾਲ ਚੱਲਾਂ ਚਲੋ ਕੋਈ ਨਹੀਂ ਮਸਲਾ ਹੁਣ ਯਾਦ ਰੱਖੀ ਯਾਸਰ ਬੜੇ ਕੰਮ ਮੈਂ ਕਿਹਾ ਉਹ ਮੈਨੂੰ ਇਹ ਸੀ ਕੁੱਤੜੀ ਲਾਏਗਾ ਕਿ ਜਾ ਜੇ ਇੰਜ ਚੀਮਾ ਸਾਹਿਬ ਹੁਣ ਤੁਸੀਂ ਯਾਦ ਰੱਖਣਾ ਮੇਰਾ ਬਾਊ ਜ਼ਿੰਦਗੀ 'ਚ ਨਾ ਤੁਹਾਨੂੰ ਮੇਰੇ ਨਾਲ ਜਦੋਂ ਲੋੜ ਪਈ ਨਾ ਤੇ ਯਾਸਰ ਨੇ ਤੁਹਾਨੂੰ ਵੀ ਇੰਜ ਹੀ ਛੱਡ ਜਾਣਾ ਜੇ ਪਾਣੀ ਯਾਰ ਬਹਾ ਦੇ ਨਾ ਤੇ ਗੁੱਸਾ ਓਏ ਗੁੱਸਾ ਕੱਢੀ ਜਾ ਓਏ ਹੁਣ ਮੇਰੀ ਗੱਲ ਸੁਣ ਮੈਨੂੰ ਤੇ ਇਹ ਸੀ ਕਿ ਮੈਨੂੰ ਕੁੱਤੜੀ ਲਾਏਗਾ ਚੀਮਿਆ ਇੰਜ ਹੋਵੇ ਤੂੰ ਤੇ ਸਾਰੇ ਘਰ ਦੇ ਕੰਮ ਕਰਨ ਲੱਗ ਪਏ ਤੇਰੀ ਮੈਂ ਕੀ ਲਾਣੀ ਜੀਵਾ ਸਾਹਿਬ ਗੱਲ ਹੈਗੀ ਏ ਤੁਸੀਂ ਵੇਖੋ ਨਾ ਜ਼ਿਆਦਤੀ ਕੀਤੀ ਨਾ ਯਾਰ ਕਾਦੀ ਜ਼ਿਆਦਤੀ ਯਾਰ ਤੁਸੀਂ ਮੈਨੂੰ ਲਾੜਾ ਲਾ ਕੇ ਮੈਨੂੰ ਕਿਹਾ ਚਲਾ ਕੇ ਇਕੱਠਿਆ ਤੇ ਯਕਦਮ ਹੀ ਤੁਸੀਂ ਪਲਾਨ ਚੇਂਜ ਕਰ ਲਿਆ ਤੈਨੂੰ ਪਤਾ 5 ਘੰਟੇ ਦੀ ਡਰਾਈਵ ਹੈ ਇੱਥੋਂ ਪਤਾ ਹੈ ਨਾ ਆ ਹੁਣ ਇੱਥੋਂ 3-4 ਗੱਡੀਆਂ ਲੈ ਕੇ ਤੇ ਜਾ ਨਹੀਂ ਸਕਦੇ ਇੱਕ ਗੱਡੀ ਤੇ ਜਾਣਾ ਉੱਥੇ ਅੱਗੇ 2 ਗੱਡੀਆਂ ਉੱਥੇ ਰੈਡੀ ਬੈਠੀਆਂ ਨੇ ਹੁਣ ਇੰਨੇ ਕੁ ਜੀ ਜਾ ਸਕਨੇ ਹੁਣ ਸਾਰੇ ਕਿੰਨੇ ਕੁ ਜਾਈਏ ਯਾਰ ਮੈਂ ਤੁਹਾਨੂੰ ਮੈਸੇਜ ਸੁਣਾਣਾ 2025 ਚ ਮੈਨੂੰ ਦਾਹਤ ਭਾਈ ਨੇ ਮੈਸੇਜ ਕੀਤਾ ਸੀ ਪਿਛਲੇ ਸਾਲ ਦਾ ਉਹਨਾਂ ਕਿਹਾ ਭਾਈ ਤੁਸੀਂ ਆਣਾ ਯਾਸਰ ਦਾ ਤੁਸੀਂ ਆਣਾ ਹਾਂ ਤੇ ਮੈਨੂੰ ਦਾਵਤ ਦਿੱਤੀ ਉਹ ਤੇ ਦਾਵਤ ਫੇਰ ਲਗਾ ਜਾਈ ਨਾ ਹੁਣ ਮੈਂ ਉਹਨਾਂ ਨੂੰ ਲੈ ਆਉਂਦੇ ਨਾ ਤੇ ਮਾਰ ਕਰ ਤੋਂ ਚੱਲਾਂ ਕਦੀ ਮੇਰੀ ਵੀ ਗੱਲ ਮੰਨ ਲਿਆ ਤੇ ਠੀਕ ਹੈ ਨਾ ਜਾ ਨਾ ਮੇਰਾ ਭਰਾ ਤੈਨੂੰ ਮੈਂ ਰੋਕਿਆ ਨਾ ਹੁਣ ਇਹ ਗੱਲ ਦਾ ਮਾਂ ਹੋਣੇ ਆਣਗੇ ਉਹੀ ਫੈਸਲਾ ਕਰਨਗੇ ਕਿਉਂਕਿ ਹਮੇਸ਼ਾ ਤੂੰ ਮੇਰੇ ਨਾਲ ਜ਼ਿਆਦਤੀ ਕਰਨਾ ਜੀਆਂ ਨੂੰ ਇਹੀ ਹੁੰਦਾ ਯਾਸਰਾ ਭੰਡੀ ਪਾਉਂਦਾ ਯਾਸਰਾ ਕੀ ਨਹੀਂ ਕਰੇ ਮੈਨੂੰ ਬੜੇ ਕੰਮ ਨੇ ਯਾਰ ਤੂੰ ਜਾ ਤੇਰੀ ਮਿਹਰਬਾਨੀ ਤੂੰ ਜਾ ਛੱਡ ਦੇ ਮੈਨੂੰ ਜਾ ਮੈਨੂੰ ਮੇਰੇ ਹਾਲ ਤੇ ਛੱਡ ਦੇ ਅਮਾ ਜੀ ਪਾਕਿਸਤਾਨ ਗਰਮੀ ਸੀ ਤੇ ਇੱਥੇ ਹੀਟਰ ਹੁੰਦਿਆਂ ਨੂੰ ਚੱਲਦੇ ਨੇ ਫੇ ਪਾਂਬੜ ਲਾਏ ਐ ਅਮਾ ਜੀ ਆ ਵੇਖਿਆ ਜੀ ਜਿਹੜੀ ਗੱਲ ਕਰੋਗੇ ਤੋਤਾ ਬੋਲੇਗਾ ਹਾਂਜੀ ਕੀ ਹਾਲ ਭਾਜੀ ਇਹ ਬੋਲਦਾ ਵੀ ਹੈ ਹਾਂਜੀ हेलो तुझे किथे पकड़ाओ ऐसा आराम ना डर के हथ ना करें आराम ना लो जी पाकिस्तान ਦੇ ਵਿੱਚ ਇਸ ਟਾਈਮ ਗਰਮੀ ਪੈ ਰਹੀ ਹੈ ਤੇ ਸਾਊਥ ਅਫਰੀਕਾ ਦੇ ਵਿੱਚ ਜਨਾਬ ਇਤਨੀ ਕੋਈ ਠੰਡ ਹੈ ਕੋਟੀਆਂ ਸਵੈਟਰ ਪਾਏ ਨੇ ਅਸੀਂ ਰਹਿ ਗਏ ਪਿੱਛੇ ਉਹ ਇਹਨਾਂ ਸਾਹਮਣੇ ਕੋਟ ਸ਼ੋਟ ਪਾਏ ਨੇ ਤੇ ਅਮਾ ਜੀ ਹੁਣ ਤੁਹਾਨੂੰ ਵੀ ਮੈਂ ਕੱਢ ਕੇ ਦਿਆਂ ਠੰਡ ਲੱਗਦੀ ਹੈ ਪਈ ਕਿ ਅਜੇ ਨਹੀਂ ਨਹੀਂ ਪਾ ਲਗੇ ਆ ਅਜੇ ਝੱਟ ये तो गर्मी रची बसी है ਪਿਛਲੀ ਕੱਢ ਲਗੇ ਜਿੰਨੇ ਕੋ ਸਾਨੂੰ ਉੱਥੇ ਮੁੜ ਕੇ ਆਏ ਨੇ ਨਾ ਅੱਛਾ ਜੀ ਯਕੀਨ ਕਰੋ ਕਿ ਹੱਦ ਹੀ ਮੁੱਕੀ ਅਖੀਰ ਗਰਮੀ ਪਈ ਹੈ ਓਏ ਹੋਏ ਹਾਂ